ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਆਪਾਂ ਸਿੱਖਿਆ ਸੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਾਂਗੇ। ਸੁਭਾਅ ਸਟੈਪ ਬਾਈ ਸਟੈਪ ਸਾਡੀ ਸੋਚ ਤੇ ਸੁਭਾਅ ਇਸ ਵਿੱਚ ਇੰਪਰੂਵਮੈਂਟ ਹੋਏਗੀ। ਸਭ ਤੋਂ ਪਹਿਲਾਂ ਇਹ ਧਰਤੀ ਧਰਮਸ਼ਾਲਾ ਮਹਿਸੂਸ ਹੋਏਗੀ ਤੇ ਹਰ ਵਰਤਾਰੇ ਵਿੱਚੋਂ ਧਰਮ ਸਿੱਖਣ ਨੂੰ ਮਿਲੇਗਾ। ਫਿਰ ਇਸ ਨੂੰ ਧਰਮਖੰਡ ਕਿਹਾ ਸੀ। ਫਿਰ ਅਗਲਾ ਸਟੈਪ ਹੈ ਹਰ ਵਰਤਾਰੇ ਵਿੱਚੋਂ ਗਿਆਨ ਪ੍ਰਾਪਤ ਹੋਏਗਾ, ਗਿਆਨ ਖੰਡ। ਫਿਰ ਮਨ ਚੰਗੇ ਕੰਮਾਂ ਵਾਲੇ ਪਾਸੇ ਉਦਮੀ ਹੋ ਜਾਏਗਾ। ਦੇਖੋ, ਬਿਜ਼ਨਸ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਵਿਘਨ ਆ ਜਾਵੇ, ਰੁਕਾਵਟਾਂ ਆ ਜਾਣ, ਅਸੀਂ ਯਤਨ ਹੋਰ ਤੇਜ਼ ਕਰ ਦਿੰਦੇ ਹਾਂ। ਪਰ ਪਰਉਪਕਾਰ ਦੇ ਮਾਮਲੇ ਤੇ ਵਿਘਨ ਆ ਜਾਵੇ, ਅਸੀਂ ਛੱਡ ਜਾਂਦੇ ਹਾਂ। ਹਲੇ ਅੰਦਰੋਂ ਉਦਮ ਵਾਲੇ ਸਰਮਖੰਡ ਵਿੱਚ ਸੋਚ ਸੁਭਾਅ ਨਹੀਂ ਗਿਆ। ਫਿਰ ਉਦਮੀ ਹੋ ਜਾਏਗਾ। ਜਿੰਨੇ ਵਿਘਨ ਆਉਣਗੇ ਹੋਰ ਅੱਗੇ ਵਧੇਗਾ, ਚੰਗੇ ਵਾਲੇ ਪਾਸੇ ਤੋਂ ਉਦਮੀ ਹੋ ਜਾਏਗਾ, ਇੱਕ ਰਸ ਆਏਗਾ। ਉਸ ਤੋਂ ਬਾਅਦ ਹੈ ਕਰਮ ਖੰਡ ਕੀ ਬਾਣੀ ਜੋਰ। ਇਹ ਬਖਸ਼ਿਸ਼ ਵਾਲਾ ਸਟੈਪ ਹੈ। ਜਦੋਂ ਸੁਭਾਅ ਇਸ ਸਟੈਪ ਵਿੱਚ ਪਹੁੰਚੇਗਾ ਨਾ, ਜਿਹਨੂੰ ਬਖਸ਼ਿਸ਼ ਮਿਲਣੀ ਹੈ, ਸੋਚ ਉਸ ਲੈਵਲ ਤੇ ਪਹੁੰਚ ਗਈ ਜਿਸ ਸੋਚ ਨੂੰ ਵਾਹਿਗੁਰੂ ਜੀ ਨੇ, ਗੁਰੂ ਸਾਹਿਬ ਨੇ ਬਖਸ਼ਿਸ਼ ਦੇਣੀ ਹੈ। ਬਾਣੀ ਦੇ ਅਰਥ ਬਣਤਰ। ਇਹਦੀ ਬਣਤਰ ਜਿਹੜੀ ਹੈ ਨਾ, ਜ਼ੋਰ ਭਾਵ ਇੱਥੇ ਅੰਦਰੋਂ ਮਜ਼ਬੂਤ ਹੋਏਗਾ, ਫੈਸਲੇ ਲਏਗਾ, ਦੁਨੀਆ ਦਾ ਘਾਟਾ ਪਏਗਾ ਇਹ ਨਹੀਂ ਸੋਚੇਗਾ, ਬਸ ਗੁਰੂ ਦੇ ਮਿਸ਼ਨ ਤੇ ਤੁਰਨਾ ਇਹੀ ਸੋਚੇਗਾ। ਇੱਥੇ ਬਖਸ਼ਿਸ਼ ਦੇ ਨਾਲ ਬਲ ਹੈ, ਬਖਸ਼ਿਸ਼ ਦੇ ਨਾਲ ਅੰਦਰ ਮਜ਼ਬੂਤੀ ਹੈ। ਅੰਦਰੋਂ ਕੱਚਾ ਡੋਲ ਜਾਂਦਾ ਹੈ, ਅੰਦਰੋਂ ਮਜ਼ਬੂਤ ਤੁਰਿਆ ਰਹਿੰਦਾ ਹੈ, ਕਿਉਂਕਿ ਅੰਦਰ ਬਖਸ਼ਿਸ਼ ਹੈ। ਤਿੱਥੈ ਹੋਰ ਨਾ ਕੋਈ ਹੋਰ। ਇੱਥੇ ਫਿਰ ਇਹ ਕੇਵਲ ਤੇ ਕੇਵਲ ਵਾਹਿਗੁਰੂ ਜੀ ਵੱਲ ਧਿਆਨ ਹੈ, ਆਪਣੇ ਗੁਰੂ ਵੱਲ ਧਿਆਨ ਹੈ। ਗੁਰੂ ਦੇ ਮਿਸ਼ਨ ਤੇ ਤੁਰਨਾ ਹੀ ਅੰਦਰ ਇੱਕ ਸੋਚ ਹੈ। ਹੋਰ ਇੱਧਰ ਉੱਧਰ ਦਾ ਨਾ ਕੋਈ ਡਰ, ਨਾ ਕੋਈ ਡਰਾਵਾ, ਨਾ ਕੋਈ ਦੁਨੀਆ ਦੇ ਵਿਰੋਧ, ਨਾ ਕੋਈ ਹੋਰ ਸੱਜਾ ਖੱਬਾ ਇਹਦੇ ਮਨ ਨੂੰ ਖਿੱਚਦਾ ਨਹੀਂ। ਤਿੱਥੈ ਜੋਧ ਮਹਾਬਲ ਸੂਰ। ਇਸ ਮਾਰਗ ਤੇ ਤੁਰਨ ਵਾਲਾ ਜਦੋਂ ਇਸ ਲੈਵਲ ਤੇ ਪਹੁੰਚਦਾ, ਉਹ ਯੋਧਾ, ਸੂਰਮਾ, ਮਹਾਬਲੀ ਹੁੰਦਾ ਹੈ। ਇੱਕ ਤੇ ਯੋਧਾ ਹੁੰਦਾ ਹੈ, ਸੂਰਮਾ, ਰਣ ਤੱਤੇ ਵਿੱਚ ਜੂਝਣ ਵਾਲਾ। ਇੱਕ ਜ਼ਿੰਦਗੀ ਦੇ ਪਰਉਪਕਾਰ ਤੇ ਤੁਰਨ ਵਾਲੇ ਦੀ ਜ਼ਿੰਦਗੀ ਵੀ ਰੋਜ਼ਾਨਾ ਹੀ ਜੁਝਾਰੂ ਜ਼ਿੰਦਗੀ ਹੁੰਦੀ ਹੈ, ਰੋਜ਼ਾਨਾ ਸੰਘਰਸ਼ ਹੈ। ਪਰਉਪਕਾਰ ਦੇ ਮਿਸ਼ਨ ਤੇ ਤੁਰਨ ਵਾਸਤੇ ਰੋਜ਼ਾਨਾ ਮਰ ਮਰ ਕੇ ਹੀ ਜਿਉਣਾ, ਨਿਤ ਨਵਾਂ ਜੀਵਨ ਹੈ। ਇਸ ਦੇ ਅੰਦਰ ਜਿਹੜਾ ਧਿਆਨ ਹੈ, ਅੰਦਰ ਜਿਹੜਾ ਮਨ ਦੀ ਬਿਰਤੀ ਹੈ, ਉਹ ਹੈ ਤਿੰਨ ਮੈਂ ਰਾਮ ਰਹਿਆ ਭਰਪੂਰ। ਫਿਰ ਇੱਦਾਂ ਮਹਿਸੂਸ ਹੁੰਦਾ ਕਿ ਵਾਹਿਗੁਰੂ ਜੀ ਰੋਮ ਰੋਮ ਵਿੱਚ ਰਮੇ ਹੋਏ ਨੇ, ਵਾਹਿਗੁਰੂ ਜੀ ਮੇਰੇ ਅੰਗ ਸੰਗ ਨੇ। ਇਸੇ ਲਈ ਉਹ ਮਜ਼ਬੂਤ ਰਹਿੰਦੇ ਨੇ। ਦੁਨੀਆ ਵਿਰੋਧ ਕਰੇ, ਨਿੰਦਾ ਕਰੇ, ਰੁਕਾਵਟਾਂ ਖੜੀਆਂ ਹੋਣ, ਜ਼ਿੰਦਗੀ ਵਿੱਚ ਉਤਰਾ ਚੜਾ ਆ ਜਾਵੇ,
ਮਹਿਸੂਸ ਹੁੰਦਾ ਵਾਹਿਗੁਰੂ ਜੀ ਅੰਗ ਸੰਗ ਨੇ। ਫਿਰ ਵਰਤਾਰੇ ਵੀ ਐਸੇ ਵਰਤਦੇ ਨੇ, ਪਤਾ ਲੱਗਦਾ ਰੱਬ ਬੋੜਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਜਿਹੜਾ ਮਨ ਹੈ ਨਾ, ਵਾਹਿਗੁਰੂ ਜੀ ਦੀ ਸਿਫਤ ਸਲਾਘਾ ਦੇ ਵਿੱਚ ਸੀਤਾ ਹੋਇਆ, ਜਿਵੇਂ ਕੱਪੜਾ ਸੀਤਾ ਹੁੰਦਾ ਨਾ, ਓਤ ਪ੍ਰੋਤ ਹੋਇਆ। ਬਸ ਗੁਰੂ ਦੀ ਬਖਸ਼ਿਸ਼ ਹੀ ਨਿਸ਼ਾਨਾ ਹੈ, ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਹੀ ਨਿਸ਼ਾਨਾ ਹੈ, ਉਹਦੀ ਯਾਦ ਦਾ ਰਸ, ਵਾਹਿਗੁਰੂ ਜੀ ਦੇ ਸ਼ੁਕਰਾਨੇ ਦਾ ਰਸ, ਬਸ ਇਹੀ ਫੋਕਸ ਹੈ। ਮਨ ਇਸ ਵਿੱਚ ਹੀ ਲਗਨ ਹੁੰਦਾ ਹੈ। ਤਾਂ ਕਿ ਰੂਪ ਨਾ ਕਥਨੇ ਜਾਏ, ਇਹ ਜਿਹੜਾ ਸੁਭਾਅ ਹੈ ਨਾ, ਇਹ ਸੋਚ, ਜਿਹੜਾ ਅੰਦਰਲਾ ਜੀਵਨ ਹੈ, ਇਹਦੀ ਰੂਪ ਐਕਸਪਲੇਨ ਨਹੀਂ ਹੋ ਸਕਦਾ, ਕਿਉਂਕਿ ਬਸ ਇਸ ਲੈਵਲ ਤੇ ਪਹੁੰਚਦੇ ਹੀ ਸਮਝ ਆਉਂਦੀ ਹੈ। ਇੱਕ ਇਹਦੀ ਨਿਸ਼ਾਨੀ ਹੈ, ਨਾ ਇਹ ਮਰਾ ਹੈ, ਨਾ ਠੱਗੇ ਜਾ ਹੈ, ਨਾ ਇਹ ਸੁਭਾਅ ਮਰਦਾ ਹੈ, ਨਾ ਇਹ ਠੱਗਿਆ ਜਾਂਦਾ ਹੈ, ਨਾ ਇਹ ਠੱਗਣ ਵਾਲੇ ਰਸਾਂ ਵੱਲ ਜਾਂਦਾ ਹੈ। ਇਸ ਬਿਰਤੀ ਵਿੱਚ ਇੱਕ ਆਨੰਦ ਵੱਖਰਾ ਹੈ, ਇੱਕ ਰਸ ਵੱਖਰਾ ਹੈ। ਜਿਨ ਕੈ ਰਾਮ ਬਸੈ ਮਨ ਮਾਹੇ, ਮਨ ਵਿੱਚ ਵਾਹਿਗੁਰੂ ਜੀ ਬਸੇ ਹੋਏ ਨੇ, ਉਹਦੀ ਐਗਜ਼ਿਸਟੈਂਸ ਹਰ ਵੇਲੇ ਮਹਿਸੂਸ ਹੁੰਦੀ ਹੈ, ਇੱਕ ਆਨੰਦ ਬਣਦਾ ਹੈ। ਤਿੱਥੈ ਭਗਤ ਬਸੈ ਕੇਲੋ, ਇਸ ਅਵਸਥਾ ਵਿੱਚ ਜਿਹੜਾ ਸੁਭਾਅ ਪਹੁੰਚਦਾ ਹੈ ਨਾ, ਸੋਚ ਪਹੁੰਚਦੀ ਹੈ, ਇਹ ਭਗਤ ਜੀਵਨ ਹੈ। ਗੁਰਮਤ ਅਨੁਸਾਰ ਇਹ ਭਗਤ ਹੈ। ਬਸੈ ਕੇਲੋ, ਕਈ ਲੋ, ਯਾਨੀ ਕਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਵਿੱਚ, ਕਿਸ ਤਰ੍ਹਾਂ ਦੇ ਮਰਜ਼ੀ ਦੇਸ਼ ਵਿੱਚ, ਕਿਸ ਤਰ੍ਹਾਂ ਦੀ ਮਰਜ਼ੀ ਕੌਮ ਵਿੱਚ, ਜਿਹੜਾ ਸੁਭਾਅ, ਜਿਹੜੀ ਸੋਚ ਇਸ ਲੈਵਲ ਵਿੱਚ ਪਹੁੰਚਦੀ ਹੈ, ਉਹ ਜੀਵਨ ਭਗਤ ਹੈ। ਕਰੈ ਆਨੰਦ ਸੱਚਾ ਮਨ ਸੋਏ, ਅੰਦਰ ਸੱਚੇ ਵਾਹਿਗੁਰੂ ਜੀ ਦਾ ਵਾਸਾ ਹੁੰਦਾ ਹੈ, ਮਹਿਸੂਸ ਹੁੰਦਾ, ਵਾਹਿਗੁਰੂ ਜੀ ਅੰਗ ਸੰਗ ਹੈ, ਅੰਦਰ ਆਨੰਦ ਬਣਿਆ ਹੁੰਦਾ। ਦੁੱਖਾਂ ਵਿੱਚ ਵੀ, ਰੁਕਾਵਟਾਂ ਵਿੱਚ ਵੀ ਆਨੰਦ ਬਣਿਆ ਰਹਿੰਦਾ। ਘਾਟਾ ਪੈ ਜਾਵੇ, ਕੋਈ ਬੇਗਾਨਾ ਜਾਂ ਆਪਣਾ ਵਿਰੋਧ ਕਰੇ, ਦੁੱਖ ਦੇਵੇ, ਅੰਦਰ ਇੱਕ ਆਨੰਦ ਬਣਿਆ ਰਹਿੰਦਾ। ਵਾਹਿਗੁਰੂ ਜੀ ਦਾ ਕੌਤਕ ਹੈ, ਕੋਈ ਖੇਲ ਵਾਪਰੇਗਾ। ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਹੈ, ਸੱਚਖੰਡ ਵਸੈ ਨਿਰੰਕਾਰ। ਇਹ ਸੱਚਖੰਡ ਕੋਈ ਵੱਖਰੀ ਥਾਂ ਨਹੀਂ ਹੈ, ਇਸ ਸਮੁੱਚੇ ਯੂਨੀਵਰਸ ਦੇ ਵਿੱਚ ਇੱਕ ਸੱਚ ਹੈ, ਇੱਕ ਝੂਠ ਹੈ। ਹੰਕਾਰ ਵੀ ਇੱਥੇ ਹੀ ਹੈ, ਨਿਮਰਤਾ ਵੀ ਇੱਥੇ ਹੀ ਹੈ, ਲੋਭ ਲਾਲਚ ਵੀ ਇੱਥੇ ਹੀ ਹੈ, ਸਬਰ ਸੰਤੋਖ ਵੀ ਇੱਥੇ ਹੀ ਹੈ। ਸਬਰ ਸੰਤੋਖ ਵਿੱਚ ਲਏ ਗਏ ਫੈਸਲੇ ਵੀ ਇਸ ਦੁਨੀਆ ਵਿੱਚ ਹੀ ਫੈਸਲੇ ਲਏ ਜਾਂਦੇ, ਲੋਭ ਲਾਲਚ ਵਿੱਚ ਵੀ ਇੱਥੇ ਹੀ ਫੈਸਲੇ ਲਏ ਜਾਂਦੇ। ਲੋਭ ਲਾਲਚ ਵਿੱਚ ਤੁਰਨ ਵਾਲਾ ਵੀ ਇੱਥੇ ਹੀ ਕਰਮ ਕਰਦਾ ਹੈ, ਸਬਰ ਸੰਤੋਖ ਵਿੱਚ ਤੁਰਨ ਵਾਲਾ ਵੀ ਇਸੇ ਦੁਨੀਆ ਵਿੱਚ ਕਰਮ ਕਰਦਾ ਹੈ। ਇੱਕ ਹਿੱਸਾ ਸੱਚ ਦਾ ਹਿੱਸਾ ਹੈ, ਸੱਚਖੰਡ। ਜਿਹੜਾ ਸੱਚ ਦਾ ਹਿੱਸਾ ਹੈ ਨਾ, ਉੱਥੇ ਨਿਰੰਕਾਰ ਵਸਦਾ। ਆਖੋ ਵਾਹਿਗੁਰੂ, ਇਹਨੂੰ ਹੋਰ ਸਮਝਿਓ। ਇੱਕ ਬੰਦਾ ਪਰਉਪਕਾਰ ਕਰਦਾ ਹੈ, ਪਰਉਪਕਾਰੀ ਸੋਚ ਹੈ, ਦੂਜਿਆਂ ਦੇ ਭਲੇ ਲਈ ਕੁਰਬਾਨੀ ਕਰਦਾ ਹੈ, ਆਪਣਾ ਫਾਇਦਾ ਨੁਕਸਾਨ ਇੱਕ ਪਾਸੇ ਰੱਖ ਦਿੰਦਾ ਹੈ, ਘਾਟੇ ਖਾ ਲੈਂਦਾ ਹੈ, ਦੁਨੀਆ ਦਾ ਵਿਰੋਧ ਚੱਲ ਲੈਂਦਾ ਹੈ, ਪਰ ਉਹ ਪਰਉਪਕਾਰ ਦੇ ਮਿਸ਼ਨ ਨੂੰ ਆਪਣਾ ਵਿਜ਼ਨ ਬਣਾਉਂਦਾ ਹੈ। ਇਹ ਸੱਚ ਦਾ ਹਿੱਸਾ ਹੈ। ਦੂਸਰਾ ਨਫ਼ਰਤ ਕਰਦਾ, ਉਹਦੇ ਨਾਲ ਨਿੰਦਾ ਕਰਦਾ ਹੈ, ਵਿਰੋਧ ਕਰਦਾ ਹੈ, ਇਹ ਝੂਠ ਦਾ ਹਿੱਸਾ ਹੈ। ਹੁਣ ਨਿੰਦਕ ਵਾਲੇ ਪਾਸੇ ਨਿਰੰਕਾਰ ਨਹੀਂ ਬਸੇਗਾ। ਆਖੋ, ਨਫ਼ਰਤ ਕਰਨ ਵਾਲੇ ਪਾਸੇ ਨਿਰੰਕਾਰ ਵਰਤਾਰਾ ਵਰਤਾਏਗਾ ਨਾ, ਉਹਨਾਂ ਨੂੰ ਭੁਗਤਣਾ ਪਵੇਗਾ। ਆਖੋ, ਸੱਚ ਦੇ ਹਿੱਸੇ 'ਚ ਨਿਰੰਕਾਰ ਵਸਦਾ ਹੈ, ਅੰਗ ਸੰਗ ਸਹਾਈ ਹੁੰਦਾ ਹੈ। ਕਰ ਕਰ ਵੇਖੈ ਨਦਰ ਨਿਹਾਲ, ਵਾਹਿਗੁਰੂ ਜੀ ਦੇਖਦੇ ਨੇ, ਖੁਸ਼ ਹੁੰਦੇ ਨੇ, ਆਪਣੀ ਨਜ਼ਰ ਮਿਹਰ ਦੀ ਰਹਿਮਤ ਪਾਉਂਦੇ ਨੇ। ਤਿੱਥੈ ਖੰਡ ਮੰਡਲ ਬਰ ਭੰਡ, ਫਿਰ ਮਹਿਸੂਸ ਹੁੰਦਾ ਦੁਨੀਆ ਦੇ ਖੰਡ ਮੰਡਲ ਬਰ ਭੰਡ, ਜਿਤਨੇ ਵੀ ਹਿੱਸੇ ਨੇ, ਜੋ ਕੁਝ ਵੀ ਉਸਨੇ ਪੈਦਾ ਕੀਤਾ ਹੈ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਇਹ ਬੇਅੰਤ ਦੀ ਬੇਅੰਤ ਰਚਨਾ ਹੈ, ਇਹਦਾ ਭੇਦ ਨਹੀਂ ਪਾਇਆ ਜਾ ਸਕਦਾ। ਤਿੱਥੈ ਲੋ ਲੋ ਆਕਾਰ, ਵੱਖ ਵੱਖ ਕਿਸਮ ਦੇ ਆਕਾਰ, ਬ੍ਰਹਮੰਡ ਹਿੱਸੇ ਨੇ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਫਿਰ ਇੱਕ ਗੱਲ ਸਮਝ ਆਉਂਦੀ ਹੈ, ਜਦੋਂ ਇਸ ਲੈਵਲ ਤੇ ਸੁਭਾਅ ਪਹੁੰਚਦਾ ਹੈ ਨਾ, ਸੋਚ ਪਹੁੰਚਦੀ ਹੈ, ਫਿਰ ਸਮਝ ਆਉਂਦੀ ਹੈ ਕਿ ਵਾਹਿਗੁਰੂ ਦਾ ਨਿਜ਼ਮ ਚੱਲਦਾ ਹੈ, ਤੇ ਉਹਦੇ ਨਿਜ਼ਮ ਵਿੱਚ ਜਿਹੜੀ ਕਾਰ ਹੁੰਦੀ ਹੈ ਨਾ, ਉਹਨੂੰ ਕੋਈ ਦੁਨੀਆ ਰੋਕ ਨਹੀਂ ਸਕਦੀ। ਆਖੋ ਵਾਹਿਗੁਰੂ। ਕਿਸੇ ਸੱਚੇ ਬੰਦੇ ਦਾ ਝੂਠਾ ਬੰਦਾ ਵਿਰੋਧ ਕਰਦਾ ਹੈ ਨਾ, ਇੱਕ ਦਿਨ ਰੱਬ ਦਾ ਨਿਜ਼ਮ ਨਜ਼ਾਰਾ ਦਿਖਾ ਦਿੰਦਾ ਹੈ। ਉਹ ਹੈ ਕੂੜ ਨਖੁੱਟਾ ਨਾਨਕਾ, ਓੜਕ ਕੂੜ ਨਖੁੱਟਾ ਨਾਨਕਾ, ਓੜਕ ਸੱਚ ਰਹੀ। ਇਹ ਉਹਦੀ ਕਾਰ ਹੈ, ਉਹਦੇ ਹੁਕਮ ਦੀ ਕਾਰ ਹੈ। ਸੱਚ ਘਾਟੇ ਚੱਲ ਲਏਗਾ, ਸੱਚ ਵਿਰੋਧ ਚੱਲ ਲਏਗਾ,
ਸੱਚ ਰੁਕਾਵਟਾਂ ਵਿੱਚੋਂ ਦੀ ਨਿਕਲ ਜਾਏਗਾ, ਸੱਚ ਹਮੇਸ਼ਾ ਜਿੱਤੇਗਾ। ਝੂਠ ਰੁਕਾਵਟਾਂ ਖੜੀਆਂ ਕਰੇਗਾ, ਝੂਠ ਵਿਰੋਧ ਕਰੇਗਾ, ਝੂਠ ਨਫ਼ਰਤ ਕਰੇਗਾ, ਪਰ ਇੱਕ ਦਿਨ ਹਾਰੇਗਾ। ਸੱਚੇ ਦੀ ਸੱਚੀ ਕਾਰ ਹੈ, ਉਹਦਾ ਹੁਕਮ ਹੈ। ਵੇਖੈ ਵਿਗਸੈ ਕਰ ਵਿਚਾਰ, ਕਿਉਂਕਿ ਉਹਨੇ ਸੁਭਾਅ, ਸੋਚ, ਭਾਵਨਾ, ਨੀਅਤ ਦੇਖਣੀ ਹੈ। ਇਸ ਦੀ ਵਿਚਾਰ ਕਰਕੇ ਹੀ ਉਸਨੇ ਇਹਦੀ ਝੋਲੀ ਚ ਪਾਉਣਾ ਹੈ। ਨਾਨਕ ਕਥਨਾ ਕਰੜਾ ਸਾਰ, ਹੈ ਨਾਨਕ ਜੀ, ਇਹ ਕਥਨ ਕਰਨਾ, ਵਿਆਖਿਆ ਕਰਨਾ ਔਖਾ ਹੈ। ਆਮ ਲੋਕਾਂ ਦੀ ਸਮਝ ਨਹੀਂ ਪੈਂਦਾ। ਜਿਹੜਾ ਤੁਰਿਆ ਨਹੀਂ ਉਹਦੀ ਸਮਝ ਨਹੀਂ ਪਵੇਗਾ। ਇਸ ਮਾਰਗ ਤੇ ਤੁਰਿਆ ਹੀ ਇਹ ਪ੍ਰੈਕਟੀਕਲ ਮਾਰਗ ਹੈ। ਪ੍ਰੈਕਟੀਕਲ ਮਾਰਗ ਤੇ ਗੁਰਬਾਣੀ ਨੂੰ ਸਮਝਣਾ ਹੈ। ਜਿੰਨੀ ਕੁ ਸਮਝ ਆ ਜਾਵੇ ਉਸ ਨੂੰ ਜਿਉਣਾ ਹੈ। ਕੇਵਲ ਕਰਮਕਾਂਡ ਵਿੱਚ ਨਹੀਂ, ਗੁਰਮਤ ਦਾ ਧਾਰਨੀ ਬਣਨਾ ਹੈ। ਇਹ ਜਿਹੜੀ ਅੰਦਰ ਘਾੜਤ ਘੜੀ ਜਾਂਦੀ ਹੈ ਨਾ, ਇਹਨੂੰ ਇੱਕ ਸੁਨਿਆਰ ਦੀ ਫੈਕਟਰੀ ਦੀ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ। ਅਗਲੇ ਅਖੀਰਲਾ ਪਦਾ, 38ਵਾਂ ਅਖੀਰਲਾ ਪਦਾ ਜਪਜੀ ਸਾਹਿਬ ਦਾ। ਜਤ ਪਹਾਰਾ ਧੀਰਜ ਸੁਨਿਆਰ। ਅੰਦਰ ਜਿਹੜਾ ਜਤ ਹੁੰਦਾ ਸੈਲਫ ਕੰਟਰੋਲ, ਸੰਜਮ। ਮੈਂ ਉਹ ਦੇਖਣਾ ਹੈ ਜੋ ਇਨਸਾਨੀਅਤ ਦੇ ਦਾਇਰੇ ਵਿੱਚ ਹੈ। ਮੈਂ ਉਹ ਸੁਣਨਾ ਹੈ ਜਿਹੜਾ ਗੁਰਸਿੱਖ ਨੂੰ ਸੁਣਨਾ ਸੌਂਭਦਾ ਹੈ। ਮੈਂ ਉਹ ਬੋਲਣਾ ਹੈ ਜਿਹੜਾ ਗੁਰਮੁਖ ਨੂੰ ਬੋਲਣਾ ਸੌਂਭਦਾ ਹੈ। ਗੁਰੂ ਸਾਹਿਬ ਦੇ ਦਾਇਰੇ ਵਿੱਚ ਹੈ, ਗੁਰੂ ਦੀ ਮਰਿਆਦਾ ਵਿੱਚ ਹੈ। ਇਹ ਜਿਹੜਾ ਸੰਜਮ ਹੈ ਨਾ, ਸੈਲਫ ਕੰਟਰੋਲ ਲਾਈਫ। ਦੁਨੀਆ ਕਹਿੰਦੀ ਭੰਗੜਾ ਹੋ ਰਿਹਾ ਹੈ, ਗੀਤ ਹੋ ਰਹੇ ਨੇ, ਉਥੇ ਆ ਮੇਲਾ ਹੋ ਰਿਹਾ ਹੈ। ਗੁਰਸਿੱਖ ਕਹਿੰਦਾ ਮੈਂ ਨਹੀਂ ਆਪਣੇ ਬੱਚਿਆਂ ਨੂੰ ਜਾਣ ਦੇਣਾ, ਕਿਉਂਕਿ ਮੇਰੇ ਗੁਰੂ ਨੇ ਮਨਾ ਕੀਤਾ। ਆਖੋ ਵਾਹਿਗੁਰੂ। ਇਹ ਹੈ ਸਵੈ, ਸੈਲਫ ਕੰਟਰੋਲ, ਆਪਣੇ ਆਪ ਨੂੰ ਕੰਟਰੋਲ ਕਰਨਾ। ਇਹ ਜਿਹੜਾ ਜਤ ਹੈ ਨਾ, ਇਹ ਫੈਕਟਰੀ ਹੈ। ਜਿਵੇਂ ਸੁਨਿਆਰ ਦੀ ਫੈਕਟਰੀ ਹੁੰਦੀ ਹੈ, ਜਿੱਥੇ ਸੋਨਾ ਘੜਦਾ, ਘੜ ਕੇ ਮੋਹਰ ਬਣਦਾ ਹੈ। ਇਹ ਅੰਦਰੋਂ ਜੀਵਨ ਘੜਦਾ ਹੈ, ਸੁਭਾਅ ਸੋਚ ਘੜਦੀ ਹੈ। ਤੇ ਧੀਰਜ ਸੁਨਿਆਰ, ਧੀਰਜ, ਸਬਰ, ਸੰਤੋਖ। ਕੋਈ ਗੱਲ ਨਹੀਂ, ਰੁਕਾਵਟਾਂ ਵਿੱਚੋਂ ਦੀ ਨਿਕਲ ਕੇ, ਵਿਘਨ ਵਿੱਚੋਂ ਦੀ ਨਿਕਲ ਕੇ ਇੱਕ ਦਿਨ ਪਰਉਪਕਾਰੀ ਮਿਸ਼ਨ ਤੇ ਕਾਮਯਾਬ ਹੋਣਾ ਹੈ। ਧੀਰਜ ਚਾਹੀਦਾ ਹੈ। ਭਗਤ ਫਰੀਦ ਜੀ ਤਾਂ ਕਹਿੰਦੇ, ਫਰੀਦਾ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜ਼ੀਰਾਂਦ। ਬ੍ਰਿਕਸ਼ ਧੁੱਪਾਂ ਝੱਲਦੇ ਨੇ, ਝੱਖੜ ਝੱਲਦੇ ਨੇ, ਲੋਕ ਬੱਟੇ ਮਾਰਦੇ ਨੇ, ਲੋਕ ਉਹਦੇ ਟਾਹਣੇ ਚੀਰਦੇ ਨੇ। ਤੁਰਿਆ ਰਹਿੰਦਾ ਹੈ, ਛਾਂ ਬਣਦਾ ਰਹਿੰਦਾ ਹੈ, ਫਲ ਦਿੰਦਾ ਰਹਿੰਦਾ ਹੈ। ਬ੍ਰਿਕਸ਼ ਤੋਂ ਸਿੱਖ। ਜਿਹੜਾ ਧੀਰਜ ਹੈ ਨਾ, ਸਬਰ, ਸੰਤੋਖ, ਇਹ ਸੁਨਿਆਰ ਬਣੇਗਾ ਅੰਦਰਲੇ ਸੁਭਾਅ ਨੂੰ ਕਰਨ ਵਾਸਤੇ। ਅਹਰਣ ਮਤ ਵੇਦ ਹਥਿਆਰ। ਮਤ ਜਿਹੜੀ ਹੈ ਨਾ, ਉਹ ਅਹਰਣ ਹੁੰਦਾ ਹੈ ਜਦੋਂ ਸੋਨੇ ਨੂੰ ਢਾਲ ਕੇ ਉਸ ਤੋਂ ਬਾਅਦ ਹਥੌੜੇ ਨਾਲ ਕੁੱਟਿਆ ਜਾਂਦਾ ਨਾ, ਉਹਦੇ ਹੇਠਾਂ ਜਿਹੜੀ ਸਪੋਰਟ ਦਿੱਤੀ ਜਾਂਦੀ ਹੈ, ਲੋਹੇ ਦੀ ਸਪੋਰਟ। ਇਹ ਮਤ ਹੈ। ਮਤ ਦੇ ਉੱਪਰ ਵੇਦ ਹੁੰਦਾ ਹੈ ਗਿਆਨ, ਹਥਿਆਰ ਹੁੰਦਾ ਹੈ ਹਥੌੜਾ। ਇਹ ਗਿਆਨ ਦੀਆਂ ਚੋਟਾਂ ਵੱਜਣੀਆਂ ਚਾਹੀਦੀਆਂ ਨੇ। ਜਦੋਂ ਹਲੂਣਾ ਮਿਲਦਾ ਨਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੁਣ ਕੇ, ਸਿੱਖੀ ਦੀ ਗੱਲ ਸੁਣ ਕੇ, ਗੁਰਮਤ ਦੀ ਗੱਲ ਸੁਣ ਕੇ ਅੰਦਰੋਂ ਅੰਦਰ ਹੀ ਖਿਜਣਾ ਨਹੀਂ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਸਗੋਂ ਇਹ ਮੱਤ ਤੇ ਚੋਟਾਂ ਪੈਣ ਦਿਓ, ਹਲੂਣੇ ਵੱਜਣ ਦਿਓ। ਆਪਣੇ ਆਪ ਨੂੰ ਚੈਲੰਜ ਲਓ। ਜੇ ਗੁਰੂ ਦੀ ਬਾਣੀ ਆ ਕਹਿ ਰਹੀ ਹੈ, ਜੇ ਸਿੱਖੀ ਵਿਰਸਾ ਕਹਿ ਰਿਹਾ ਹੈ, ਮੈਂ ਆਪਣੇ ਆਪ ਨੂੰ ਬਦਲਣਾ ਹੈ। ਭਉ ਖੱਲਾਂ ਅਗਨ ਤਪ ਤਾਉ। ਰੱਬ ਦੇ ਭੈ ਵਿੱਚ, ਗੁਰੂ ਦੇ ਭੈ ਵਿੱਚ। ਇਹ ਜਿਹੜਾ ਭਉ ਹੈ ਨਾ, ਇਹ ਖੱਲਾਂ ਹੁੰਦੀਆਂ ਨੇ ਉਸ ਦੀ ਅੱਗ ਨੂੰ ਤੇਜ਼ ਕਰਨ ਵਾਸਤੇ ਜਿਹੜਾ ਪ੍ਰੈਸ਼ਰ ਮਾਰਿਆ ਜਾਂਦਾ, ਜਿਵੇਂ ਅੱਜ ਕੱਲ੍ਹ ਸਟੋਵ ਵਰਤਿਆ ਜਾਂਦਾ। ਤਪ ਤਾਉ। ਫਿਰ ਕੋਠਾਲੀ ਵਿੱਚ ਪਾਇਆ ਜਾਂਦਾ ਸੋਨੇ ਨੂੰ, ਜਿਹੜਾ ਢਲਿਆ ਹੋਇਆ ਸੋਨਾ ਹੈ। ਇਹ ਤਪ ਹੁੰਦਾ ਹੈ। ਕੋਈ ਕੰਮ ਕਰਦਿਆਂ ਜਿਹੜੇ ਵਿਘਨ ਆਉਂਦੇ, ਰੁਕਾਵਟਾਂ ਹੁੰਦੀਆਂ ਨੇ ਨਾ, ਉਹਦੇ ਬਾਵਜੂਦ ਵੀ ਮਿਸ਼ਨ ਤੇ ਤੁਰੇ ਰਹਿਣਾ, ਇਹੀ ਤੇ ਤਪੱਸਿਆ ਹੈ। ਕੁਰਬਾਨੀ ਦੇ ਜਜ਼ਬੇ ਤੋਂ ਬਿਨਾਂ ਤਪ ਨਹੀਂ ਹੁੰਦਾ। ਜੋਗੀਆਂ ਵਾਲਾ ਤਪ ਨਹੀਂ, ਕਰਮਕਾਂਡੀ ਵਾਲਾ ਤਪ ਨਹੀਂ। ਜ਼ਿੰਦਗੀ ਜਿਉਂਦਿਆਂ ਪਰਉਪਕਾਰ ਕਰਨਾ ਹੈ। ਆਪਣੇ ਪਰਿਵਾਰ ਵਿੱਚ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਗੁਰਮਤ ਗੁਰਸਿੱਖੀ ਵੀ ਬਣਾ ਕੇ ਰੱਖਣੀ ਹੈ, ਗੁਰਬਾਣੀ ਦਾ ਬੋਲਬਾਲਾ ਵੀ ਘਰ ਵਿੱਚ ਹੋਵੇ। ਆਪਣੇ ਬੱਚਿਆਂ ਨੂੰ ਵੀ ਗੁਰੂ ਨਾਲ ਜੋੜਨਾ ਹੈ, ਦੂਸਰਿਆਂ ਦੇ ਬੱਚਿਆਂ ਨੂੰ ਵੀ ਗੁਰੂ ਨਾਲ ਜੋੜਨਾ ਹੈ। ਆਪਣੇ ਪਰਿਵਾਰ ਨੂੰ ਵੀ ਗੁਰੂ ਵਿਰਸੇ ਨਾਲ ਵਿੱਚ ਸੰਭਾਲ ਕੇ ਰੱਖਣਾ ਹੈ, ਦੂਸਰੇ ਦੇ ਪਰਿਵਾਰਾਂ ਨੂੰ ਵੀ
ਗੁਰੂ ਵਿਰਸੇ ਦੀ ਵੰਡਣਾ ਹੈ। ਜਿਹੜੇ ਵਿਘਨ ਰੁਕਾਵਟਾਂ ਆਉਂਦੇ ਨੇ, ਤਪ ਹੈ, ਤਪੱਸਿਆ ਹੈ, ਇਹਦੇ ਨਾਲ ਸੁਭਾਅ ਘਟਦਾ ਹੈ। ਭਾਂਡਾ ਭਾਵ ਅੰਮ੍ਰਿਤ ਤਿਤ ਢਾਲ, ਰੱਬ ਦਾ ਪਿਆਰ, ਗੁਰੂ ਦਾ ਪਿਆਰ ਭਾਵ ਇਹ ਭਾਂਡਾ ਬਣਦਾ ਹੈ। ਇਹਦੇ ਵਿੱਚ ਸੋਚ ਪਿੰਗਲ ਕੇ ਇੱਕ ਸੋਨੇ ਦੀ ਮੋਹਰ ਬਣਦੀ ਹੈ। ਆਖੋ ਵਾਹਿਗੁਰੂ। ਸੁਭਾਅ ਪਿੰਗਲ ਕੇ ਗੁਰਮੁਖ ਸੁਭਾਅ ਬਣ ਜਾਂਦਾ ਹੈ। ਇਹ ਉਦਮੀ ਸੁਭਾਅ ਬਣ ਜਾਂਦਾ ਹੈ, ਸਿਦਕ ਵਾਲਾ ਸੁਭਾਅ ਬਣ ਜਾਂਦਾ ਹੈ। ਘੜੀ ਹੈ ਸ਼ਬਦ ਸੱਚੀ ਟਕਸਾਲ। ਅਸਲੀ ਟਕਸਾਲ ਕਿਹੜੀ ਹੈ? ਉਹ ਹੈ ਸ਼ਬਦ ਦੇ ਅਰਥ ਹੈ ਉਪਦੇਸ਼। ਜਿੱਥੇ ਜਿੱਥੇ ਸੱਸਾ ਬੱਬਾ ਦੱਦੇ ਨੂੰ ਔਕੜ ਆਉਂਦਾ ਹੈ, ਸ਼ਬਦ ਦੇ ਅਰਥ ਹੈ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ। ਇਹ ਟਕਸਾਲ ਹੈ। ਜਿਉਂ-ਜਿਉਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਾਂਗੇ, ਇਸ ਵਿੱਚ ਜੀਵਨ ਘੜਿਆ ਜਾਏਗਾ। ਮਿਲਦੀ ਕਿਵੇਂ? ਜਿਨ ਕੋ ਨਦਰ ਕਰਮ ਤਿਨ ਕਾਰ। ਗੁਰੂ ਦੀ ਨਜ਼ਰ ਪੈਂਦੀ ਹੈ। ਜਦੋਂ ਅਸੀਂ ਭਾਵਨਾ ਬਣਾਉਂਦੇ ਹਾਂ ਨਾ, ਅਸੀਂ ਸਿੱਖੀ ਸਰੂਪ ਗੁਰਮਤਿ ਗੁਰਬਾਣੀ ਨਾਲ ਪਿਆਰ ਕਰਨਾ ਹੈ। ਜਦੋਂ ਅਸੀਂ ਭਾਵਨਾ ਬਣਾਉਂਦੇ ਹਾਂ, ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਵਾਂਗੇ। ਇਹ ਭਾਵਨਾ ਤੇ ਗੁਰੂ ਦੀ ਨਜ਼ਰ ਪੈ ਜਾਂਦੀ ਹੈ। ਜਿਉਂ-ਜਿਉਂ ਅਸੀਂ ਉਦਮ ਕਰਦੇ ਹਾਂ ਨਾ, ਯਤਨ ਕਰਦੇ ਹਾਂ, ਉਦਮ ਤੇ ਗੁਰੂ ਸਾਹਿਬ ਬਖਸ਼ਿਸ਼ ਦੇਣੀ ਸ਼ੁਰੂ ਕਰ ਦਿੰਦੇ ਨੇ। ਨਾਨਕ ਨਦਰੀ ਨਦਰ ਨਿਹਾਲ। ਦੇਖ ਦੇਖ ਕੇ ਵਾਹਿਗੁਰੂ ਜੀ ਖੁਸ਼ ਹੋ ਜਾਂਦੇ ਨੇ, ਗੁਰੂ ਸਾਹਿਬ ਖੁਸ਼ ਹੋ ਜਾਂਦੇ ਨੇ। ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹਿਲਾ ਫੈਸਲਾ ਲੈਣਾ ਪਵੇਗਾ, ਮੈਂ ਗੁਰਬਾਣੀ ਨੂੰ ਆਪ ਸਮਝਣਾ, ਗੁਰਬਾਣੀ ਅਨੁਸਾਰ ਜੀਵਨ ਜਿਉਣ ਲਈ ਯਤਨ ਕਰਨਾ ਹੈ। ਭਾਵਨਾ ਜਿਹੜੀ ਹੈ ਉਹਦੇ ਨਾਲ ਨਜ਼ਰ ਪਵੇਗੀ, ਤੇ ਜਿਹੜਾ ਯਤਨ ਉਦਮ ਹੈ, ਇਹਦੇ ਨਾਲ ਫਿਰ ਬਖਸ਼ਿਸ਼ ਮਿਲੇਗੀ। ਦੋ ਸ਼ਲੋਕ ਨੇ। ਇੱਕ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਵਾਲਾ। ਇੱਕ ਇਹ ਦੂਸਰਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਵਾਲਾ। ਜਿਹੜੇ ਆਪ ਪਾਠ ਕਰਦੇ ਨੇ ਧਿਆਨ ਦੇਣਾ, ਉੱਥੇ ਵੀ ਆਦ ਸੱਚ ਜੁਗਾਦ ਸੱਚ ਵਾਲੇ ਸ਼ਲੋਕ ਤੋਂ ਬਾਅਦ ਇੱਕ ਅੰਕ ਲਿਖਿਆ ਸੀ, ਇੱਥੇ ਵੀ ਸ਼ਲੋਕ ਤੋਂ ਬਾਅਦ ਇੱਕ ਅੰਕ ਹੈ। ਵਿਚਕਾਰ 38 ਪਦੇ ਨੇ। ਜਿਹੜਾ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਵਾਲਾ, ਉਹ ਅੱਗੇ ਜਾ ਕੇ ਸੁਖਮਨੀ ਸਾਹਿਬ ਵਿੱਚ ਵੀ ਆਉਂਦਾ, ਪੰਚਮ ਪਾਤਸ਼ਾਹ ਨੇ ਵਰਤਿਆ। ਇੱਥੇ ਭੱਬੇ ਨੂੰ ਸਿਹਾਰੀ ਬਿਹਾਰੀ ਹੈ, ਉੱਥੇ ਭੱਬੇ ਨੂੰ ਸਿਹਾਰੀ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਹੈ ਇੱਥੇ, ਉੱਥੇ ਹੈ ਭੇ ਸੱਚ ਹੈ, ਭੱਬੇ ਨੂੰ ਸਿਹਾਰੀ। ਇੱਥੇ ਹੋਸੀ ਭੀ ਸੱਚ ਹੈ ਬਿਹਾਰੀ, ਉੱਥੇ ਹੋਸੀ ਭੇ ਸੱਚ ਹੈ ਸਿਹਾਰੀ। ਇਸ ਸ਼ਲੋਕ ਵਿੱਚ ਬੜਾ ਕਮਾਲ ਦਾ ਇੱਕ ਸੀਨ ਪੇਸ਼ ਕੀਤਾ ਹੈ। ਜਿਵੇਂ ਬਾਦਸ਼ਾਹ ਦੇ ਘਰ ਵਿੱਚ ਉਹਦੇ ਪੁੱਤਰ ਵਾਸਤੇ ਨੌਕਰ ਤੇ ਨੌਕਰਾਨੀ ਰੱਖੇ ਹੁੰਦੇ ਨੇ, ਇਸੇ ਤਰ੍ਹਾਂ ਅਸੀਂ ਸੱਚ ਦੇ ਪਾਤਸ਼ਾਹ ਵਾਹਿਗੁਰੂ ਜੀ ਦੇ ਪੁੱਤਰ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜਿਵੇਂ ਪਵਨ ਜਿਹੜੇ ਸਵਾਸ ਨੇ ਨਾ, ਇਹ ਸਰੀਰ ਤੇ ਆਤਮਾ ਨੂੰ ਜੋੜ ਕੇ ਰੱਖਣ ਵਾਲੇ ਗੁਰੂ ਵਾਂਗ ਕੰਮ ਕਰਦੇ ਨੇ। ਜਿਵੇਂ ਗੁਰੂ ਵਾਹਿਗੁਰੂ ਜੀ ਨਾਲ ਮਿਲਾਉਂਦੇ ਨੇ, ਇਵੇਂ ਸਰੀਰ ਤੇ ਆਤਮਾ ਨੂੰ ਮਿਲਾ ਕੇ ਰੱਖਣ ਵਾਲੇ ਇਹ ਸਵਾਸ ਨੇ, ਗੁਰੂ ਵਾਲੀ ਕਿਰਿਆ ਕਰਦੇ ਨੇ, ਜੋੜ ਕੇ ਰੱਖਣ ਦੀ। ਪਾਣੀ ਪਿਤਾ, ਪਾਣੀ ਪਿਤਾ ਵਾਂਗੂ ਇਸ ਸ੍ਰਿਸ਼ਟੀ ਨੂੰ, ਇਸ ਸਰੀਰ ਨੂੰ ਪਾਲਦਾ ਹੈ। ਮਾਤਾ ਧਰਤ ਮਹੱਤ। ਧਰਤੀ ਜਿਹੜੀ ਹੈ ਇਹ ਖੁਰਾਕ ਦਿੰਦੀ ਹੈ ਇਸ ਜੀਵਨ ਨੂੰ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਰੱਬ ਨੇ ਇੱਕ ਨੌਕਰ ਤੇ ਨੌਕਰਾਨੀ, ਦਾਈ ਦਾਇਆ। ਦਿਨ ਤੇ ਰਾਤ, ਦਿਨ ਨੌਕਰ ਹੈ, ਰਾਤ ਨੌਕਰਾਨੀ ਹੈ। ਇਹਨਾਂ ਦੇ ਕੋਲ ਇਹਨਾਂ ਦੀ ਛਤਰ ਛਾਇਆ ਹੇਠ ਮਨੁੱਖ ਜ਼ਿੰਦਗੀ ਦੀ ਖੇਲ ਖੇਲਦਾ ਹੈ। ਨੌਕਰਾਨੀ ਰਾਤ ਹੈ, ਗੋਦੀ 'ਚ ਸੁਲਾ ਲੈਂਦੀ ਹੈ। ਦਿਨ ਨੌਕਰ ਹੈ, ਬਾਹਰ ਖੇਡਣ ਲੈ ਜਾਂਦਾ ਹੈ। ਜ਼ਿੰਦਗੀ ਦੀ ਖੇਡ ਚੱਲ ਰਹੀ ਹੈ। ਇਸ ਜ਼ਿੰਦਗੀ ਦੀ ਖੇਡ ਵਿੱਚ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕੁਛ ਚੰਗੇ ਕਰਮ ਨੇ, ਕੁਛ ਬੁਰੇ ਕਰਮ ਨੇ। ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਰਾਹੀਂ ਮਨ ਵੀ ਕਰਦਾ ਹੈ, ਮਤ ਵੀ ਕਰਦੀ ਹੈ। ਤੇ ਰੱਬ ਦਾ ਜਿਹੜਾ ਨਿਜ਼ਮ ਹੈ ਨਾ, ਧਰਮ, ਰੱਬ ਦਾ ਨਿਜ਼ਮ, ਉਹ ਵਾਚਦਾ ਹੈ। ਇਹਦੇ ਅੰਦਰ ਸੁਭਾਅ ਵਿੱਚ ਚੰਗਾ ਕੀ ਹੈ ਤੇ ਬੁਰਾ ਕੀ ਹੈ, ਇਹਦੀ ਨੀਅਤ ਵਿੱਚ ਚੰਗਾ ਕੀ ਹੈ ਬੁਰਾ ਕੀ ਹੈ, ਤੇ ਉਹਦੇ ਅਨੁਸਾਰ ਹੀ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿੰਨੀ ਅੰਦਰੋਂ ਸੋਚ ਘਟੀਆ ਹੋਏਗੀ, ਸੁਭਾਅ ਘਟੀਆ ਹੋਏਗਾ, ਵਿਚਾਰਧਾਰਾ ਨੀਵੀਂ ਹੋਏਗੀ, ਸੋਚ ਸ਼ੁੰਗੜੀ ਹੋਏਗੀ, ਨੀਅਤ ਮੈਲੀ ਹੋਏਗੀ, ਰੱਬ ਤੋਂ ਦੂਰੀ ਹੋਏਗੀ। ਰੱਬ ਵਾਲਾ ਪਾਸਾ ਚੰਗਾ ਹੀ ਨਹੀਂ ਲੱਗੇਗਾ, ਗੁਰਬਾਣੀ ਵੱਲ ਪਿਆਰ ਹੀ ਨਹੀਂ ਬਣੇਗਾ, ਸਿੱਖੀ ਸਰੂਪ ਚੰਗਾ ਨਹੀਂ ਲੱਗੇਗਾ, ਸਿੱਖੀ ਚੰਗੀ ਨਹੀਂ ਲੱਗੇਗੀ। ਜਿਉਂ-ਜਿਉਂ ਅੰਦਰੋਂ ਸੋਚ ਸ਼ੁੱਧ ਹੋਏਗੀ,
ਸੁਭਾਅ ਸ਼ੁੱਧ ਹੋਏਗਾ, ਫਿਰ ਨੀਅਤ ਸ਼ੁੱਧ ਹੋ ਜਾਏਗੀ, ਤੇ ਫਿਰ ਨੇੜਤਾ ਬਣ ਜਾਏਗੀ। ਜਿਉਂ ਜੀ ਅੰਦਰ ਬਿਰਤੀ ਹੋਏਗੀ ਉਹ ਜੇ ਕਰਮ ਹੋਣਗੇ। ਇਸ ਲਈ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਜਿਨ੍ਹਾਂ ਨੇ ਗਿਆਨ ਰੂਪੀ ਨਾਮ ਨੂੰ, ਕਿਉਂਕਿ ਮੰਨਣ ਵਾਲੀਆਂ ਪੌੜੀਆਂ 'ਚ ਗਿਆਨ ਰੂਪੀ ਨਾਮ ਦੀ ਗੱਲ ਕੀਤੀ ਹੈ, ਇਸ ਨਾਮ ਵੱਲ ਧਿਆਨ ਕੀਤਾ ਹੈ, ਸਿੱਖਿਆਵਾਂ ਵੱਲ ਧਿਆਨ ਕੀਤਾ ਹੈ, ਤੇ ਇਹਨਾਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣ ਦੀ ਇੱਕ ਮਸ਼ੱਕਤ ਘਾਲ ਸਖਤ ਮਿਹਨਤ ਕੀਤੀ ਹੈ। ਉਦਮੀ ਹੋ ਕੇ ਗੁਰਬਾਣੀ ਅਨੁਸਾਰ ਫੈਸਲੇ ਲਏ ਨੇ, ਗੁਰੂ ਦੇ ਇਤਿਹਾਸਿਕ ਵਰਤਾਰਿਆਂ ਵਿੱਚੋਂ ਸਿੱਖ ਕੇ ਫੈਸਲੇ ਲਏ ਨੇ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਦੇ ਉਤਰਾਅ ਚੜਾਅ ਵਿੱਚ ਪਰਉਪਕਾਰੀ ਮਿਸ਼ਨ ਤੇ ਤੁਰੇ ਨੇ। ਇਹ ਜਿਹੜੇ ਘਾਲ ਗਏ ਨੇ ਨਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਇਹ ਨਾਨਕ ਜੀ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ, ਉਹ ਸਤਿਕਾਰ ਸਨਮਾਨ ਹਟ ਜਾਂਦੇ ਨੇ। ਉਹਨਾਂ ਦਾ ਸੰਗ ਕਰਕੇ ਹੋਰ ਵੀ ਪਤਾ ਨਹੀਂ ਕਿਤਨੇ ਕੁ ਬੇਕਾਰਾਂ ਤੋਂ ਬਚ ਜਾਂਦੇ, ਮਾੜੇ ਕਰਮਾਂ ਤੋਂ ਬਚ ਜਾਂਦੇ ਨੇ। ਜਿਹੜਾ ਪਰਉਪਕਾਰੀ ਹੁੰਦਾ ਹੈ ਨਾ, ਉਹਦੇ ਬੋਲਾਂ ਨੂੰ ਸੁਣ ਕੇ ਪਤਾ ਨਹੀਂ ਕਿਤਨੇ ਕੁ ਸ਼ਰਾਬ ਛੱਡ ਜਾਂਦੇ ਨੇ। ਪਰਉਪਕਾਰੀ ਦੇ ਬੋਲ ਸੁਣ ਕੇ ਪਤਾ ਨਹੀਂ ਕਿਤਨੇ ਕੁ ਅੰਮ੍ਰਿਤ ਛਕ ਲੈਂਦੇ ਨੇ। ਪਰਉਪਕਾਰੀ ਤੋਂ ਪ੍ਰਭਾਵਿਤ ਹੋ ਕੇ ਪਤਾ ਨਹੀਂ ਕਿਤਨੇ ਕੁ ਸਹਿਜ ਪਾਠ ਸ਼ੁਰੂ ਕਰ ਲੈਂਦੇ ਨੇ। ਛੇਤੀ ਛੁੱਟੀ ਨਾਲ ਪਤਾ ਨਹੀਂ ਕਿਤਨੇ ਕੁ ਦੀਆਂ ਆਦਤਾਂ ਦੂਸਰੇ ਪਾਸੇ ਛੁੱਟ ਗਈਆਂ, ਇਸ ਪਾਸੇ ਤੁਰ ਪਏ, ਚੰਗੇ ਪਾਸੇ ਤੁਰ ਪਏ। ਇਹ ਜਿਹੜਾ ਜੀਵਨ ਹੈ, ਇਹ ਜਿਹੜੇ ਜੀਵਨ ਦੇ ਵਰਤਾਰੇ ਦੱਸੇ ਗਏ ਨੇ, ਜੀਵਨ ਦੀਆਂ ਸਿੱਖਿਆਵਾਂ ਦੱਸੀਆਂ ਗਈਆਂ ਨੇ, ਇਹਦੇ ਅਨੁਸਾਰ ਤੁਰਨਾ ਸਿੱਖ ਦਾ ਜਪ ਹੈ। ਅੱਗੇ ਹੈ ਸੋ ਦਰ, ਉਹ ਭਾਵਨਾ ਦਾ ਦਰਵਾਜ਼ਾ ਸਾਡੇ ਅੰਦਰ ਐਸਾ ਹੈ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ 4 ਪਹਿਲਾਂ ਟਾਈਟਲ ਆਉਂਦੇ ਨੇ। ਜਪ, ਇਹ ਦੂਸਰਾ ਟਾਈਟਲ ਹੈ ਸੋ ਦਰ, ਤੀਸਰਾ ਟਾਈਟਲ ਹੈ ਸੋ ਪੁਰਖ, ਚੌਥਾ ਹੈ ਸੋਹਿਲਾ। ਉਸ ਤੋਂ ਬਾਅਦ 31 ਰਾਗ ਜਿਹੜੇ ਨੇ ਸ਼ੁਰੂ ਹੁੰਦੇ ਨੇ, ਸ੍ਰੀ ਰਾਗ ਤੋਂ ਲੈ ਕੇ ਜੈਜਾ ਬੰਤੀ ਤੱਕ। ਪੰਨਾ ਨੰਬਰ 14 ਤੋਂ ਲੈ ਕੇ 1353 ਤੱਕ। ਉੱਥੋਂ ਰਾਗਾਂ ਤੋਂ ਬਾਅਦ ਫਿਰ ਸ਼ਲੋਕ ਸ਼ੁਰੂ ਹੁੰਦੇ ਨੇ, ਭੱਟਾਂ ਦੇ ਸਵਈਏ ਨੇ। ਤਾਂ ਇਹ ਜਿਹੜਾ ਦੂਸਰਾ ਟਾਈਟਲ ਹੈ ਸੋ ਦਰ, ਭਾਵਨਾ ਜਿਸ ਵਿੱਚੋਂ ਦੀ ਮਨ ਨਿਕਲਦਾ, ਬੜਾ ਕਮਾਲ ਦਾ ਦਰਵਾਜ਼ਾ ਹੈ। ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਹੜਾ ਮੂਲ ਮੰਤਰ 33 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਉਹਦਾ ਸੰਖੇਪ ਸਰੂਪ ਬਰੀਫ ਛੋਟਾ ਕਰਕੇ ਲਿਖਿਆ, ਇੱਕ ਓੰਕਾਰ, ਵਾਹਿਗੁਰੂ ਜੀ ਇੱਕ ਹੈ, ਸਤਿਗੁਰ ਸੱਚਾ ਗਿਆਨ। ਸਿੱਖਿਆਵਾਂ ਗੁਰਬਾਣੀ ਦੇ ਅੰਦਰ ਵਸ ਜਾਣ ਤੇ ਮੌਕੇ ਤੇ ਅੰਦਰੋਂ ਯਾਦ ਆ ਜਾਣ, ਅੰਦਰੋਂ ਆਵਾਜ਼ ਬਣ ਕੇ ਗੂੰਜਣ, ਉਹ ਸਤਿਗੁਰ ਸਰੂਪ ਹੈ। ਇਸ ਦੀ ਕਿਰਪਾ ਹੁੰਦੀ ਹੈ। ਜਦੋਂ ਕਿਰਪਾ ਹੋ ਜਾਵੇ ਨਾ, ਫਿਰ ਲੱਗਦਾ ਇਹ ਜੋ ਵਰਤਾਰੇ ਵਰਤ ਰਹੇ ਨੇ ਨਾ, ਰੱਬ ਦੇ ਗੁਣਾਂ ਦੀਆਂ ਝਲਕਾਂ ਮੈਨੂੰ ਸਿਖਾ ਰਹੇ ਨੇ। ਉਹਨੂੰ ਕਹਿੰਦੇ ਨੇ ਗਾਉਣਾ। ਇਹ ਸ਼ਬਦ ਆਪਾਂ ਪਿੱਛੇ ਵੀ ਜਪਜੀ ਸਾਹਿਬ ਵਿੱਚ ਵੀ ਵਿਚਾਰ ਕੇ ਆਏ ਹਾਂ, ਇੱਥੇ ਬਿਲਕੁਲ ਬਰੀਫ ਵਿਚਾਰਾਂਗੇ। ਉੱਥੇ ਸੋ ਦਰ ਕਿਹਾ, ਇੱਥੇ ਤੇਰਾ ਸ਼ਬਦ, ਤੁਧਨੋਂ ਸ਼ਬਦ ਬਾਰ-ਬਾਰ ਆਇਆ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਹੈ ਵਾਹਿਗੁਰੂ ਜੀ, ਤੇਰਾ ਇਹ ਦਰ ਭਾਵਨਾ, ਇੱਥੇ ਬੈਠ ਕੇ ਤੂੰ ਸਾਡੇ ਸੁਭਾਅ ਦੀ ਸੋਚ ਦੀ ਸੰਭਾਲ ਕਰਦਾ ਹੈ। ਤੇਰਾ ਘਰ ਬੜਾ ਕਮਾਲ ਦਾ। ਫਿਰ ਜਿੱਥੋਂ ਤੂੰ ਮਹਿਸੂਸ ਹੁੰਦਾ ਉਹ ਵੀ ਤੇਰਾ ਦਰ ਹੈ, ਉਹ ਵੀ ਤੇਰਾ ਘਰ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਬਾਵਨ ਹਾਰੇ। ਇਸ ਦੁਨੀਆ ਤੇ ਵੱਜ ਰਹੇ ਰਾਗ ਸੰਗੀਤ ਤੇ ਵਜਾਵਣ ਹਾਰੇ, ਉਹਨਾਂ 'ਚੋਂ ਗੁਣਾਂ ਦੀਆਂ ਝਲਕਾਂ ਮਿਲ ਰਹੀਆਂ ਨੇ। ਇਹਨੂੰ ਵਿਸਥਾਰ ਸਹਿਤ ਸੁਣਨ ਵਾਸਤੇ ਤੁਸੀਂ ਜਪਜੀ ਸਾਹਿਬ ਦੇ ਪਿਛਲੇ ਅੰਗ ਵਿੱਚ ਜਿੱਥੇ ਸੋਦਰ ਆਇਆ, ਉੱਥੋਂ ਵਿਸਥਾਰ ਸਹਿਤ ਸੁਣ ਲੈਣਾ। ਇੱਥੇ ਆਪਾਂ ਬਿਲਕੁਲ ਬਰੀਫ ਕਰਾਂਗੇ। ਕੀਤੇ ਤੇਰੇ ਰਾਗ ਪਰੀ ਸਿਓ ਕਹੀਆਂ, ਕੀਤੇ ਤੇਰੇ ਗਾਵਣ ਹਾਰੇ। ਵਾਹਿਗੁਰੂ ਜੀ, ਤੇਰੇ ਪੈਦਾ ਕੀਤੇ ਹੋਏ ਰਾਗ ਤੇ ਉਹਨਾਂ ਨੂੰ ਰਾਗਾਂ ਨੂੰ ਗਾਵਣ ਹਾਰੇ, ਉਹਨਾਂ 'ਚੋਂ ਤੇਰੇ ਗੁਣਾਂ ਦੀਆਂ ਝਲਕਾਂ ਸਾਨੂੰ ਸਿੱਖਣ ਨੂੰ ਮਿਲ ਰਹੀਆਂ ਨੇ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਵਾਹਿਗੁਰੂ ਜੀ, ਤੁਹਾਡਾ ਪੈਦਾ ਕੀਤਾ ਹੋਇਆ ਪਾਣੀ, ਹਵਾ, ਅੱਗ ਤੇ ਤੇਰਾ ਬਣਾਇਆ ਹੋਇਆ ਨਿਜ਼ਮ ਸਾਨੂੰ ਵੱਖ-ਵੱਖ ਗੁਣ ਸਿਖਾ ਰਿਹਾ ਹੈ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਤੇਰਾ ਜਿਹੜਾ ਨਿਜ਼ਮ ਹੈ ਨਾ, ਮਨੁੱਖ ਕਿਸੇ ਨੂੰ ਦੇਖਦਾ ਹੈ, ਸੁਣਦਾ ਹੈ, ਉਹਦੇ ਬਾਰੇ ਉਹਦੇ ਅੰਦਰ ਗੁਪਤ ਇਮੇਜ ਬਣ ਜਾਂਦਾ, ਹਿਡਨ ਇਮੇਜ, ਜਿਹਨੂੰ ਗੁਪਤ ਚਿੱਤਰ ਕਹਿੰਦੇ ਹਾਂ।
ਉਹ ਅੰਦਰਲਾ ਜਿਹੜਾ ਇਮੇਜ ਹੈ ਨਾ, ਉਹ ਸੁਭਾਅ ਨੀਅਤ ਹੈ, ਭਾਵਨਾ ਹੈ, ਉਹਦੇ ਮੁਤਾਬਕ ਹੀ ਰੱਬ ਦਾ ਜਿਹੜਾ ਨਿਜ਼ਮ ਹੈ, ਧਰਮ ਹੈ, ਉਹ ਵਿਚਾਰ ਕਰਦਾ ਹੈ। ਅਤੇ ਇਹ ਸਾਨੂੰ ਤੇਰੇ ਨਿਜ਼ਮ ਨੂੰ ਸਮਝਾ ਰਿਹਾ ਹੈ, ਸਾਡੇ ਗਿਆਨ ਦੀਆਂ ਝਲਕਾਂ ਦੇ ਰਿਹਾ ਹੈ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ, ਬ੍ਰਹਮਾ ਬਿਰਤੀ ਈਸ਼ਰ ਬਿਰਤੀ। ਇਹ ਸਾਨੂੰ ਵੱਖ-ਵੱਖ ਗੁਣਾਂ ਦੀਆਂ ਝਲਕਾਂ ਦੇ ਰਹੀ ਹੈ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਵਾਹਿਗੁਰੂ ਜੀ, ਕੋਈ ਜਤੀ ਜੀਵਨ, ਸੰਜਮੀ ਜੀਵਨ, ਕੋਈ ਸੱਚ ਤੇ ਪਹਿਰਾ ਦੇਣ ਵਾਲਾ, ਕੋਈ ਸੰਤੋਖੀ, ਕੋਈ ਯੋਧਾ ਸੂਰਮਾ। ਇਹ ਸਾਰੇ ਤੇਰੇ ਕੋਈ ਨਾ ਕੋਈ ਗੁਣਾਂ ਨੂੰ ਸਾਨੂੰ ਸਿਖਾ ਰਹੇ ਨੇ, ਭਾਵ ਤੈਨੂੰ ਗਾ ਰਹੇ ਨੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਇਹ ਵਾਹਿਗੁਰੂ ਜੀ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਇੰਦਰ ਦਾ ਇੰਦਰਾਸਣ, ਇਸੇ ਤਰ੍ਹਾਂ ਮਨ ਤੇ ਮਨ ਦਾ ਆਸਣ। ਦੇਵੀ ਦੇਵੀ ਗੁਣਾਂ ਵਾਲੇ ਜੀਵਨ। ਇਹ ਸਾਰੇ ਤੇਰੇ ਬਾਰੇ ਸਾਨੂੰ ਸਿਖਾ ਰਹੇ ਨੇ ਵਾਹਿਗੁਰੂ ਜੀ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਇੱਕ ਵਾਰੀ ਆਪਾਂ ਸਾਰੀ ਕੈਟੇਗਰੀ ਸਾਹਮਣੇ ਰੱਖ ਲਈਏ। ਸਿੱਧ, ਮਨ ਨੂੰ ਸਿੱਧੇ ਪਾਸੇ ਤੁਰਨ ਵਾਲੇ। ਸਮਾਧੀ, ਇਕਾਗਰਤਾ ਵਾਲੇ, ਕੌਂਸਟੈਂਟ ਮਾਈਂਡਡ ਵਾਲੇ। ਸਾਧ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਮਨ ਨੂੰ ਸੰਜਮ ਕਰ ਲਿਆ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਜਤੀ ਸੰਜਮੀ ਜੀਵਨ, ਸਤੀ ਸੱਚ ਤੇ ਪਹਿਰਾ ਦੇਣ ਵਾਲੇ, ਸੰਤੋਖੀ ਸਬਰ ਸੰਤੋਖ ਵਾਲੇ, ਵੀਰ ਕਰਾਰੇ ਯੋਧੇ ਸੂਰਮੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਪੰਡਿਤ ਵਿਦਵਾਨ, ਰਿਸ਼ੀ ਮੁਨੀ, ਜਿਹੜੇ ਗਿਆਨ ਦੀਆਂ ਵਿਚਾਰਾਂ ਕਰਦੇ ਨੇ, ਪੜ੍ਹਦੇ ਨੇ, ਧਾਰਮਿਕ ਗ੍ਰੰਥ ਪੜ੍ਹਦੇ ਨੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਚ ਪਿਆਲੇ। ਸੋਹਣੀਆਂ ਸੂਰਤਾਂ ਵਾਲੇ, ਮਨ ਨੂੰ ਮੋਹਣ ਵਾਲੇ ਜੀਵਨ ਜਾਂ ਚਿਹਰੇ। ਗਾਵਨ ਤੁਧਨੋ ਰਤਨੋ ਪਾਏ ਤੇਰੇ, 68 ਤੀਰਥ ਨਾਲੇ। ਰਤਨ, ਹੀਰੇ ਜਵਾਹਰਾਤਨ ਵੀ, ਹੀਰੇ ਜਵਾਹਰ ਵਰਗੇ ਰਤਨ ਵੀ, ਤੇ ਗਿਆਨ ਰੂਪੀ ਰਤਨ ਵੀ। 68 ਤੀਰਥ, ਉਹਦੇ ਚੋਂ ਵੀ ਸਿੱਖਣ ਨੂੰ ਮਿਲਦਾ। ਜੇ ਧਰਤੀ ਧਰਮਸ਼ਾਲਾ ਬਣੇਗੀ, ਸਭ ਕੁਝ ਵਿੱਚੋਂ ਸਿੱਖਣ ਨੂੰ ਮਿਲੇਗਾ। ਅੰਦਰਲਾ ਤੀਰਥ, ਇਸ ਵਿੱਚੋਂ ਵੀ ਸਿੱਖਣ ਨੂੰ ਮਿਲੇਗਾ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਯੋਧੇ ਸੂਰਮੇ, ਵੱਖ-ਵੱਖ ਤਰ੍ਹਾਂ ਦਾ ਪੈਦਾ ਹੋਣ ਵਾਲੀਆਂ ਦੇ ਤਰੀਕੇ ਜਿਹੜੇ ਨੇ, ਖਾਣੀ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਤੇਰੇ ਵਾਹਿਗੁਰੂ ਜੀ ਵੱਖ-ਵੱਖ ਖੰਡ ਮੰਡਲ ਬ੍ਰਹਮੰਡ, ਇਹ ਵੱਖ-ਵੱਖ ਹਿੱਸੇ ਨਿਜ਼ਮ ਵਿੱਚ ਤੂੰ ਟਿਕਾਏ ਹੋਏ ਨੇ। ਇਹਨਾਂ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਧਰਮ ਸਿੱਖਣ ਨੂੰ ਮਿਲ ਰਿਹਾ, ਨਿਜ਼ਮ ਸਿੱਖਣ ਨੂੰ ਮਿਲ ਰਿਹਾ, ਗੁਣ ਸਿੱਖਣ ਨੂੰ ਮਿਲ ਰਿਹਾ, ਹਰ ਵਰਤਾਰੇ ਵਿੱਚੋਂ ਸਿੱਖਣ ਨੂੰ ਮਿਲ ਰਿਹਾ। ਇਹਦਾ ਮਤਲਬ ਹਰ ਵਰਤਾਰਾ, ਇਹ ਸਾਰਾ ਕੁਝ ਜਿਹੜਾ ਗਿਣਿਆ ਗਿਆ, ਤੈਨੂੰ ਗਾ ਰਿਹਾ, ਤੇਰੇ ਗੁਣਾਂ ਨੂੰ ਗਾ ਰਿਹਾ, ਭਾਵ ਤੇਰੇ ਬਾਰੇ ਸਾਨੂੰ ਸਮਝਾ ਰਿਹਾ। ਇਹ ਵਾਹਿਗੁਰੂ ਜੀ, ਸਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ, ਤੇਰੇ ਭਗਤ ਰਸਾਲੇ। ਇਹ ਵਾਹਿਗੁਰੂ ਜੀ, ਜਿਹੜੇ ਤੈਨੂੰ ਭਾ ਜਾਂਦੇ ਨੇ ਨਾ, ਤੇਰੇ ਪਿਆਰ ਰਸ ਵਿੱਚ ਭਿੱਜੇ ਰਹਿੰਦੇ ਨੇ, ਇਹ ਜੀਵਨ ਉਹਨਾਂ ਦਾ ਭਗਤੀ ਬਣ ਜਾਂਦਾ ਹੈ, ਅਤੇ ਉਹ ਹੀ ਅਸਲੀ ਤੈਨੂੰ ਗਾਉਂਦੇ ਨੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ। ਨਾਨਕ ਜੀ ਕੀ ਵਿਚਾਰ ਕਰਨ, ਕਹਿੰਦੇ ਮੈਂ ਕੀ ਵਿਚਾਰ ਕਰਾਂ, ਅਣਗਿਣਤ ਨੇ ਤੈਨੂੰ, ਸਭ ਕੁਛ ਹੀ ਤੈਨੂੰ ਗਾ ਰਿਹਾ, ਸਭ ਕੁਛ ਤੇਰੇ ਬਾਰੇ ਸਾਨੂੰ ਉਤਸ਼ਾਹਿਤ ਕਰ ਰਿਹਾ, ਸਭ ਕੁਛ ਤੇਰੇ ਬਾਰੇ ਸਾਨੂੰ ਸਮਝਾ ਰਿਹਾ, ਤੇਰੇ ਗੁਣਾਂ ਬਾਰੇ ਸਮਝਾ ਰਿਹਾ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਵਾਹਿਗੁਰੂ ਜੀ ਸਦਾ ਰਹਿਣ ਵਾਲੇ ਮਾਲਕ ਨੇ, ਬਸ ਉਸੇ ਦਾ ਵਰਤਾਰਾ ਹੈ, ਉਹਦਾ ਸੱਚਾ ਨਿਆਂ ਹੈ, ਸੱਚੀ ਵਡਿਆਈ ਹੈ। ਹੈ ਪੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਉਹ ਭੂਤਕਾਲ ਵਿੱਚ, ਵਰਤਮਾਨ ਕਾਲ ਵਿੱਚ, ਭਵਿੱਖ ਵਿੱਚ, ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਹੀ ਸੱਚ ਹੈ। ਉਹਦੀ ਰਚਨਾ ਜਿਹੜੀ ਹੈ, ਇਹ ਨਿਜ਼ਮਾਂ ਦੀ, ਗੁਣਾਂ ਦੀ, ਬਖਸ਼ਿਸ਼ਾਂ ਦੀ ਰਚਨਾ ਸਦਾ ਰਹੇਗੀ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨੋ ਪਾਈ। ਤੂੰ ਕੁਦਰਤ ਪੈਦਾ ਕੀਤੀ, ਵੱਖ-ਵੱਖ ਤਰ੍ਹਾਂ ਦੇ, ਵੱਖ-ਵੱਖ ਰੰਗਾਂ ਦੇ, ਵੱਖ-ਵੱਖ ਕਿਸਮ ਦੇ, ਵੱਖ-ਵੱਖ ਸੁਭਾਅ ਦੇ
ਜੀਵ ਪੈਦਾ ਕਰ ਦਿੱਤੇ। ਇਹ ਤੇਰੀ ਮਾਇਆ ਹੈ, ਤੇਰੀ ਕੁਦਰਤ ਹੈ। ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਵਾਹਿਗੁਰੂ ਜੀ ਆਪਣੇ ਕੀਤੇ ਹੋਏ ਨੂੰ ਦੇਖ ਰਹੇ ਨੇ, ਵਿਚਾਰ ਰਹੇ ਨੇ। ਇਹ ਉਹਦੀ ਬਖਸ਼ਿਸ਼ ਹੈ, ਉਹਦੀ ਵਡਿਆਈ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜਿਵੇਂ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਉਹ ਦੇਖਦੇ ਨੇ, ਉਸ ਮੁਤਾਬਕ ਫਲ ਦਿੰਦੇ ਨੇ। ਅਸੀਂ ਹੁਕਮ ਨਹੀਂ ਕਰ ਸਕਦੇ ਵਾਹਿਗੁਰੂ ਜੀ ਦੇ ਅੱਗੇ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਵਾਹਿਗੁਰੂ ਜੀ। ਉਹਨਾਂ ਦੀ ਰਜ਼ਾ ਵਿੱਚ ਰਹਿਣਾ, ਸਰੈਂਡਰ ਹੋਣਾ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣਾ। ਸਤਿਗੁਰੂ ਜੀ ਕਿਰਪਾ ਕਰਨ। ਇਹ ਜਿਹੜੀ ਆਪਾਂ ਇਸ ਸ਼ਬਦ ਦੀ ਵਿਚਾਰ ਸੰਖੇਪ ਕੀਤੀ ਹੈ। ਅਗਰ ਕੋਈ ਅੱਜ ਇਹ ਐਪੀਸੋਡ ਦੇਖ ਰਿਹਾ ਤਾਂ ਪਿਛਲੇ ਐਪੀਸੋਡ ਦੇ ਵਿੱਚ ਜਿਹੜੇ ਜਪਜੀ ਸਾਹਿਬ ਵਾਲੇ ਐਪੀਸੋਡ ਨੇ, ਉਸ ਵਿੱਚੋਂ ਤੁਸੀਂ ਇਸ ਨੂੰ ਵਿਸਥਾਰ ਸਹਿਤ ਸੁਣ ਸਕਦੇ ਹੋ। ਵੈਸੇ ਤਾਂ ਸੰਖੇਪ ਵਿਚਾਰ ਹੀ ਕਰਨੀ ਹੈ, ਕਿਉਂਕਿ ਅਰਥਾਂ ਸਮੇਤ ਸਹਿਜ ਪਾਠ ਅੱਧੇ ਘੰਟੇ ਵਿੱਚ ਕੋਸ਼ਿਸ਼ ਹੈ ਇੱਕ ਅੰਗ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ। ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਹਾਡੇ ਸਾਰਿਆਂ ਦੀਆਂ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।